Hello students, I am Ranjana Goyal, HOD of Punjabi. Welcome to Mata Mohan Dei Oswal Public Channel. So today we are going to start 4th chapter Punjab ਦੀਆਂ ਲੋਕ ਖੇਡਾਂ of ਲਾਜ਼ਮੀ ਪੰਜਾਬੀ written by ਸੁਖਦੇਵ ਮਾਤਪੁਰੀ। ਹਾਂਜੀ ਬੇਟਾ, ਲੇਖ ਜਿਹੜਾ ਹੈ ਸਾਡਾ ਪੰਜਾਬ ਦੀਆਂ ਲੋਕ ਖੇਡਾਂ, ਜਿੱਥੇ ਮਨੁੱਖੀ ਜੀਵਨ ਵਿੱਚ ਲੋਕ ਖੇਡਾਂ ਦੇ ਮਹੱਤਵ ਬਾਰੇ ਚਾਨਣਾ ਪਾਉਂਦਾ ਹੈ, ਉੱਥੇ ਲੋਕ ਖੇਡਾਂ ਦੀ ਪਰਿਭਾਸ਼ਾ, ਲੱਛਣ, ਲੋਕ ਖੇਡਾਂ ਦੀ ਵਰਗ ਵੰਡ ਅਤੇ ਲੋਕ ਖੇਡਾਂ ਖੇਡਣ ਦੀਆਂ ਵਿਧੀਆਂ ਬਾਰੇ ਭਰਪੂਰ ਚਰਚਾ ਕਰਦਾ ਹੈ। ਲੋਕ ਖੇਡਾਂ ਰਾਹੀਂ ਸਾਡੇ ਸਮਾਜ ਵਿੱਚ ਪੈਂਦੀ ਸੱਭਿਆਚਾਰਕ ਸਾਂਝ ਨੂੰ ਵੀ ਉਜਾਗਰ ਕੀਤਾ ਗਿਆ ਹੈ। ਹਾਂਜੀ ਬੇਟਾ, ਲੋਕ ਖੇਡਾਂ ਪੰਜਾਬੀ ਜੀਵਨ ਦਾ ਇੱਕ ਅਭਿੰਨ ਅੰਗ ਹੈ। ਇਹ ਪੰਜਾਬੀ ਲੋਕਾਂ ਦੇ ਦਿਲ ਪਰਚਾਵੇ ਦਾ ਮੁੱਖ ਸਾਧਨ ਰਹੀਆਂ ਹਨ। ਲੋਕ ਖੇਡਾਂ ਦੀ ਪਰਿਭਾਸ਼ਾ ਦਿੰਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਲੋਕ ਗੀਤਾਂ, ਕਾਰਜ ਵਿਧੀ ਅਤੇ ਸਮਾਜ ਤੋਂ ਪਛਾਣੀਆਂ ਜਾਣ ਵਾਲੀਆਂ ਲੋਕ ਖੇਡਾਂ ਅਖਵਾਉਂਦੀਆਂ ਹਨ, ਕਿਉਂਕਿ ਇਹਨਾਂ ਖੇਡਾਂ ਨੂੰ ਖੇਡਣ ਨਾਲ ਇਹਨਾਂ ਦਾ ਸੰਚਾਰ ਪੁਸ਼ਤ ਦਰ ਪੁਸ਼ਤ ਹੁੰਦਾ ਸਾਡੇ ਤੱਕ ਪਹੁੰਚਿਆ ਹੈ, ਜਾਣੀ ਕਿ ਪੀੜ੍ਹੀ ਦਰ ਪੀੜ੍ਹੀ ਜਿਹੜਾ ਇਹ ਲੋਕ ਖੇਡਾਂ ਚੱਲਦੀਆਂ ਆ ਰਹੀਆਂ ਹਨ। ਲੋਕ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਜਾਂ ਨਹੀਂ? ਇਹ ਠੀਕ ਹੈ ਕਿ ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਉਹ ਆਦਿ ਕਾਲ ਤੋਂ ਹੀ ਖੇਡਦਾ ਆਇਆ ਹੈ। ਬੱਚੇ ਦੇ ਜਨਮ ਲੈਣ ਨਾਲ ਹੀ ਉਸ ਦੀ ਖੇਡ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਕੁਝ ਦਿਨਾਂ ਵਿੱਚ ਹੀ ਬੱਚਾ ਲੱਤਾਂ ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਹਾਂਜੀ ਬੇਟਾ, ਹੁਣ ਅਸੀਂ ਦੇਖਾਂਗੇ ਖੇਡਾਂ ਦੇ ਲੱਛਣ ਕਿਹੜੇ-ਕਿਹੜੇ ਹਨ। ਖੇਡਾਂ ਸਾਨੂੰ ਮਨੋਰੰਜਨ, ਸਰੀਰਕ ਤਾਕਤ ਅਤੇ ਸਾਡੀ ਰੂਹ ਨੂੰ ਖੁਸ਼ੀ ਅਤੇ ਖੇੜਾ ਪ੍ਰਦਾਨ ਕਰਦੀਆਂ ਹਨ। ਇਹ ਸਾਡਾ ਮਨੋਬਲ ਵਧਾਉਂਦੀਆਂ ਹਨ ਅਤੇ ਜੀਵਨ ਪ੍ਰਤੀ ਵਿਸ਼ਵਾਸ ਪੱਕਾ ਕਰਦੀਆਂ ਹਨ। ਖੇਡਾਂ ਹਰ ਤਰ੍ਹਾਂ ਦੇ ਮੁਕਾਬਲੇ ਵਿੱਚ ਜੂਝਣ ਲਈ ਤਿਆਰ ਹੀ ਨਹੀਂ ਰਹਿੰਦੀਆਂ, ਸਗੋਂ ਹਾਰ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰਦੀਆਂ ਹਨ। ਲੋਕ ਖੇਡਾਂ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹਨਾਂ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਸਾਫ਼ ਦਿਖਾਈ ਦਿੰਦੀ ਹੈ। ਪੰਜਾਬੀਆਂ ਦਾ ਸੁਭਾਅ, ਰਹਿਣ ਸਹਿਣ, ਖਾਣ ਪੀਣ ਅਤੇ ਨੈਤਿਕ ਕਦਰਾਂ ਕੀਮਤਾਂ ਇਹਨਾਂ ਲੋਕ ਖੇਡਾਂ ਵਿੱਚ ਹੀ ਓਤ-ਪ੍ਰੋਤ ਹਨ। ਲੋਕ ਖੇਡਾਂ ਦੀ ਸ਼ਖਸੀਅਤ ਕੀ ਹੈ, ਖਾਸੀਅਤ ਕੀ ਹੈ ਬੇਟਾ? ਲੋਕ ਖੇਡਾਂ ਕਰੜੇ ਨਿਯਮਾਂ ਅਧੀਨ ਨਾਲ ਖੇਡੀਆਂ ਜਾਂਦੀਆਂ ਹਨ। ਇਹਨਾਂ ਖੇਡਾਂ ਦਾ ਸਮੇਂ ਅਤੇ ਸਥਾਨ ਵੀ ਨਿਸ਼ਚਿਤ ਨਹੀਂ ਹੁੰਦਾ ਹੈ। ਖੇਡਾਂ ਨਾਲ ਬੱਚਿਆਂ ਵਿੱਚ ਕਈ ਨੈਤਿਕ ਗੁਣਾਂ ਦਾ ਪ੍ਰਵੇਸ਼ ਹੁੰਦਾ ਹੈ, ਜਿਵੇਂ ਸਦਭਾਵਨਾ, ਨੇਕ ਨੀਅਤੀ, ਇਨਸਾਫ ਅਤੇ ਮੁਕਾਬਲੇ ਦੀ ਭਾਵਨਾ ਵਰਗੇ ਨੈਤਿਕ ਗੁਣ ਵੀ ਪ੍ਰਵੇਸ਼ ਹੁੰਦੇ ਹਨ। ਹਾਂਜੀ, ਖੇਡਣ ਵੇਲੇ ਕਿਸੇ ਨਾ ਕਿਸੇ ਦੇ ਦਾਈ ਮੀਟੀ ਦੇਣੀ ਹੁੰਦੀ ਹੈ। ਸਭ ਤੋਂ ਪਹਿਲਾਂ ਮੀਟੀ ਦੇਣ ਲਈ ਪੁੱਗਣ ਦਾ ਨਿਯਮ ਹੁੰਦਾ ਹੈ। ਗੋਲ ਚੱਕਰ ਵਿੱਚ ਖਲੋਤੇ ਬੱਚਿਆਂ ਵਿੱਚੋਂ ਇਕਲੌਤੇ ਦੀ ਛਾਤੀ 'ਤੇ ਆਪਣੀ ਉਂਗਲ ਛੁਹਾਉਂਦਾ ਇਹ ਛੰਦ ਬੋਲਦਾ ਹੈ: ਈਂਗਨ ਮੀਂਗਨ ਤਲੀ ਤਲਿੰਗਲ, ਕਾਲਾ ਪੀਲਾ ਡਕਰਾ, ਹੱਥ ਕੁੜਾਦੀ ਪੈਰ ਕੁੜਾਲੀ, ਨਿਕਲ ਬਾਲੀਆ ਤੇਰੀ ਵਾਰੀ ਆਈ। ਹਾਂਜੀ ਬੇਟਾ, ਇਹ ਆਖਰੀ ਸ਼ਬਦ 'ਤੇ ਹੱਥ ਲੱਗਣ ਵਾਲਾ ਬੱਚਾ ਪੁੱਗ ਜਾਂਦਾ ਹੈ। ਪੁੱਗਣ ਲਈ ਇੱਕ ਹੋਰ ਵਿਧੀ ਵੀ ਹੈ। ਬੱਚੇ ਆਪਣੇ ਹੱਥਾਂ ਦੀਆਂ ਉਂਗਲਾਂ ਨਾਲ ਦੂਜੇ ਦਾ ਹੱਥ ਫੜ ਕੇ ਹਵਾ ਵਿੱਚ ਉਛਾਲਦੇ ਹਨ ਅਤੇ ਆਪਣੇ ਹੱਥ ਪੁੱਠੇ ਸਿੱਧੇ ਕਰਦੇ ਹਨ। ਜੋ ਦੋ ਹੱਥ ਪੁੱਠੇ ਅਤੇ ਇੱਕ ਸਿੱਧਾ ਹੋਵੇ ਤਾਂ ਸਿੱਧੇ ਹੱਥ ਵਾਲਾ ਪੁੱਗੇਗਾ। ਇਸ ਤਰ੍ਹਾਂ ਵਾਰ-ਵਾਰ ਹੁੰਦਾ ਹੈ ਅਤੇ ਜਿਹੜਾ ਬੱਚਾ ਪਿੱਛੇ ਰਹਿ ਜਾਂਦਾ ਹੈ ਉਸ ਦੇ ਸਿਰ ਵਾਰੀ ਆ ਜਾਂਦੀ ਹੈ। ਹਾਂਜੀ, ਅਗਲੀ ਗੇਮ ਹੈ ਬੇਟਾ ਆੜੀ ਮਲਕਣਾ। ਟੋਲੀਆਂ ਵਿੱਚ ਖੇਡੀ ਜਾਣ ਵਾਲੀ ਖੇਡਾਂ ਵਿੱਚੋਂ ਟੋਲੀਆਂ ਦੀ ਚੋਣ ਲਈ ਵੀ ਨਿਯਮ ਹਨ, ਜਿਸ ਨੂੰ ਕਿ ਆੜੀ ਮਲਕਣਾ ਕਹਿੰਦੇ ਹਨ। ਖੇਡਣ ਵਾਲੇ ਬੱਚਿਆਂ ਵਿੱਚ ਦੋ ਟੋਲੀਆਂ ਦੇ ਮੁਖੀ ਆਪਣਾ ਨਾਮ ਸੋਨਾ ਚਾਂਦੀ ਰੱਖਦੇ ਹਨ। ਬੱਚੇ ਉਹਨਾਂ ਨੂੰ ਆ ਕੇ ਪੁੱਛਦੇ ਹਨ, ਕੋਈ ਲੈ ਲਓ ਚਾਂਦੀ, ਕੋਈ ਲੈ ਲਓ ਸੋਨਾ। ਇਸ ਤਰ੍ਹਾਂ ਚਾਂਦੀ ਵਾਲਾ ਬੱਚਾ ਚਾਂਦੀ ਵਾਲੀ ਟੋਲੀ ਵਿੱਚ ਚਲਾ ਜਾਂਦਾ ਹੈ ਅਤੇ ਸੋਨੇ ਵਾਲਾ ਬੱਚਾ ਸੋਨੇ ਵਾਲੀ ਟੋਲੀ ਵਿੱਚ ਚਲਾ ਜਾਂਦਾ ਹੈ। ਹਾਂਜੀ, ਖੇਡਾਂ ਮਨੋਰੰਜਨ ਦਾ ਵੀ ਇੱਕ ਸਾਧਨ ਹਨ। ਲੋਕ ਖੇਡਾਂ ਪੁਰਾਤਨ ਕਾਲ ਤੋਂ ਹੀ ਪੁਰਾਣੇ ਸਮੇਂ ਤੋਂ ਹੀ ਪੇਂਡੂ ਲੋਕਾਂ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ। ਸਾਡੇ ਪਿੰਡ ਦੇ ਬੱਚੇ ਰਲ ਕੇ ਖੇਡਦੇ ਹਨ ਅਤੇ ਜਾਤ-ਪਾਤ, ਊਂਚ ਨੀਚ ਅਤੇ ਅਮੀਰੀ ਗਰੀਬੀ ਦਾ ਕੋਈ ਫਰਕ ਨਹੀਂ ਹੁੰਦਾ। ਸਾਡੇ ਪਿੰਡ ਵੱਲੋਂ ਦੇਸੀ ਘਿਓ ਦੇ ਪੀਪੇ ਖਿਡਾਰੀਆਂ ਨੂੰ ਖਾਣ ਲਈ ਦਿੱਤੇ ਜਾਂਦੇ ਹਨ। ਬੱਚੇ ਆਮ ਤੌਰ 'ਤੇ ਬੁੱਢੀ ਮਾਈ, ਉਠਕ ਬੈਠਕ, ਊਂਚ ਨੀਚ, ਕੋਟਲਾ ਛਪਾਕੀ, ਅੰਨਾ ਝੋਟਾ, ਪਿੱਠੂ, ਅੱਡੀ ਛਪੱਕਾ, ਸ਼ੱਕਰ ਭਿੱਜੀ ਅਤੇ ਖੇਡਾਂ ਖੇਡ ਕੇ ਆਨੰਦ ਮਾਣਦੇ ਹਨ। ਇਸ ਤੋਂ ਬਾਅਦ ਬੇਟਾ ਅਸੀਂ ਦੱਸਾਂਗੇ ਕਿ ਕੁਸ਼ਤੀਆਂ ਕਿੱਦਾਂ ਖੇਡਦੇ ਸੀ ਪੁਰਾਣੇ ਜ਼ਮਾਨੇ ਦੇ ਲੋਕ। ਪੁਰਾਣੇ ਸਮੇਂ ਤੋਂ ਹੀ ਕੁਸ਼ਤੀਆਂ ਪੰਜਾਬੀਆਂ ਲਈ ਖਿੱਚ ਭਰਪੂਰ ਰਹੀਆਂ ਹਨ। ਪਿੰਡਾਂ ਵਿੱਚ ਛਿੰਝਾਂ ਅਤੇ ਮੇਲਿਆਂ 'ਤੇ ਜੁੜਦੇ ਕੁਸ਼ਤੀਆਂ ਦੇ ਦੰਗਲ ਪਿੰਡ ਦੇ ਲੋਕਾਂ ਨੂੰ ਵਧੇਰੇ ਸਾਹਸ ਪ੍ਰਦਾਨ ਕਰਦੇ ਹਨ। ਹਾਂਜੀ, ਕਬੱਡੀ ਪੰਜਾਬੀਆਂ ਦੀ ਰਾਸ਼ਟਰੀ ਖੇਡ ਹੈ ਅਤੇ ਇਸ ਤੋਂ ਪੰਜਾਬੀਆਂ ਦਾ ਸੁਭਾਅ ਮਰਦਾਉਨਾਪਨ ਅਤੇ ਬਲ ਪ੍ਰਗਟ ਹੁੰਦਾ ਹੈ।
लंबी कोडी, गूंगी कोडी ਅਤੇ ਸੌਂਚੀ ਪੱਕੀ ਆਦਿ ਕਬੱਡੀ ਦੀਆਂ ਹੀ ਕਿਸਮਾਂ ਹਨ। ਹਾਂਜੀ, ਅਗਲੀ ਖੇਡ ਹੈ ਬੇਟਾ ਅੱਡੀ ਛਪੜੱਪਾ। ਕੁੜੀਆਂ ਦੀ ਹਰਮਨ ਪਿਆਰੀ ਖੇਡ ਅੱਡੀ ਛੜੱਪਾ 2 ਟੋਲੀਆਂ ਬਣਾ ਕੇ ਖੇਡੀਆਂ ਜਾਂਦੀਆਂ ਹਨ। ਹਰ ਟੋਲੀ ਵਿੱਚ 4-4 5-5 ਕੁੜੀਆਂ ਹੁੰਦੀਆਂ ਹਨ। ਇਹ ਖੇਡ ਨਾਲ ਕੁੜੀਆਂ ਦੌਰਾਨ ਉੱਚੀਆਂ ਛਾਲਾਂ ਮਾਰਨ ਅਤੇ ਸਰੀਰ ਨੂੰ ਜ਼ਬਤ ਵਿੱਚ ਰੱਖ ਕੇ ਅਭਿਆਸ ਕਰਾਉਂਦੀਆਂ ਹਨ। ਹਾਂਜੀ, ਸ਼ੱਕਰ ਭਿੱਜੀ ਇਹ ਕੁੜੀਆਂ ਦੀ ਹਰਮਨ ਪਿਆਰੀ ਲੋਕ ਖੇਡ ਹੈ ਜੋ 2 ਟੋਲੀਆਂ ਵਿੱਚ ਖੇਡੀ ਜਾਂਦੀ ਹੈ। ਹਰ ਟੋਲੀ ਵਿੱਚ 4-5 ਖਿਡਾਰੀ ਹੁੰਦੇ ਹਨ। ਜਿਸ ਟੋਲੀ ਦੀ ਵਾਰੀ ਹੋਵੇ ਉਸ ਦੇ ਖਿਡਾਰੀ ਇੱਕ ਦੂਜੇ ਦਾ ਲੱਕ ਫੜ ਕੇ ਕੁੱਬੇ ਹੋ ਕੇ ਖੜੇ ਹੋ ਜਾਂਦੇ ਹਨ। ਦੂਜੀ ਟੋਲੀ ਦਾ ਇੱਕ ਖਿਡਾਰੀ ਆਉਂਦਾ ਹੈ ਤੇ ਪਲਾਕੀ ਮਾਰ ਕੇ ਕਤਾਰ ਵਿੱਚ ਖੜੇ ਖਿਡਾਰੀਆਂ ਦੀ ਪਿੱਠ 'ਤੇ ਬੈਠਦਾ ਹੈ। ਹੇਠਲੀ ਟੋਲੀ ਵਾਲਿਆਂ ਵੱਲੋਂ ਚੁੱਕ ਕੇ ਉੱਪਰਲੀ ਟੋਲੀ ਵਾਲਿਆਂ ਦੇ ਪੈਰ ਧਰਤੀ 'ਤੇ ਲਾਉਣ ਦਾ ਯਤਨ ਕੀਤਾ ਜਾਂਦਾ ਹੈ। ਜੇਕਰ ਉੱਪਰਲੀ ਟੋਲੀ ਵਿੱਚੋਂ ਕਿਸੇ ਇੱਕ ਦੇ ਪੈਰ ਧਰਤੀ ਉੱਤੇ ਲੱਗ ਜਾਣ ਤਾਂ ਹੇਠਲੀ ਟੋਲੀ ਦੀ ਵਾਰੀ ਕੱਟੀ ਜਾਂਦੀ ਹੈ। ਪਰ ਜੇਕਰ ਅਜਿਹਾ ਨਹੀਂ ਹੁੰਦਾ ਅਤੇ ਹੇਠਲੀ ਟੋਲੀ ਖੜੀ ਥੱਕ ਜਾਂਦੀ ਹੈ ਤਾਂ ਉੱਪਰਲੀ ਟੋਲੀ ਦੇ ਖਿਡਾਰੀ ਪੁੱਛਦੇ ਹਨ, ਸ਼ੱਕਰ ਭਿੱਜੀ ਕਿ ਨਾ। ਜੇਕਰ ਹੇਠਲੀ ਟੋਲੀ ਦੇ ਖਿਡਾਰੀ ਹਾਂ ਕਹਿ ਦੇਣ ਤਾਂ ਉਹਨਾਂ ਦੀ ਵਾਰੀ ਖਤਮ ਹੋ ਜਾਂਦੀ ਹੈ। ਹਾਂਜੀ ਬੇਟਾ, ਬਾਂਦਰ ਕਿੱਲਾ ਇਹ ਵੀ ਪੰਜਾਬੀਆਂ ਦੀ ਮੁੱਖ ਲੋਕ ਖੇਡ ਨੇ। ਬਾਂਦਰ ਕਿੱਲਾ ਜਿਹੜੀ ਆ ਮੁੰਡੇ ਕੁੜੀਆਂ ਰਲ ਕੇ ਖੇਡਦੇ ਹਨ। ਮੈਦਾਨ ਵਿੱਚ ਇੱਕ ਕਿੱਲਾ ਕੱਢਿਆ ਜਾਂਦਾ ਹੈ ਜਿਸ ਨਾਲ 3-4 ਮੀਟਰ ਰੱਸੀ ਬੰਨ੍ਹ ਦਿੱਤੀ ਜਾਂਦੀ ਹੈ। ਕਿੱਲੇ ਦੁਆਰਾ ਖਿਡਾਰੀ ਆਪਣੀਆਂ ਜੁੱਤੀਆਂ ਦਾ ਢੇਰ ਲਾ ਦਿੰਦੇ ਹਨ। ਵਾਰੀ ਦੇਣ ਵਾਲਾ ਰੱਸੀ ਦਾ ਸਿਰਾ ਫੜ ਕੇ ਕਿੱਲੇ ਦੁਆਲੇ ਟਪੂਸੀਆਂ ਮਾਰਦਾ ਘੁੰਮਦਾ ਹੈ ਅਤੇ ਜੁੱਤੀਆਂ ਦੀ ਰਾਖੀ ਕਰਦਾ ਹੈ। ਦਾਈ ਦੇਣ ਵਾਲਾ ਰੱਸੀ ਦਾ ਸਿਰਾ ਛੱਡੇ ਬਿਨਾਂ ਹੀ ਉਹਨਾਂ ਨੂੰ ਆਪਣੇ ਹੱਥਾਂ ਪੈਰਾਂ ਨਾਲ ਛੂੰਹਦਾ ਹੈ। ਜੇਕਰ ਉਸ ਨਾ ਛੂਹ ਸਕਦਾ ਤਾਂ ਸਾਰੀਆਂ ਜੁੱਤੀਆਂ ਚੁੱਕੇ ਜਾਣ ਮਗਰੋਂ ਕਿੱਲੇ ਤੋਂ 25-30 ਦੂਰ ਖੜਾ ਹੋ ਜਾਂਦਾ ਹੈ। ਬਾਕੀ ਖਿਡਾਰੀ ਜੁੱਤੀਆਂ ਲੈ ਕੇ ਖੜੇ ਹੋ ਜਾਂਦੇ ਹਨ। ਦਾਈ ਦੇਣ ਵਾਲਾ ਜ਼ੋਰ ਨਾਲ ਆਖਦਾ ਹੈ, ਚੰਮ ਦੀਆਂ ਰੋਟੀਆਂ ਚਿੱਚੜਾਂ ਦੇ ਦਾਲ ਖਾ ਲਓ ਮੁੰਡਿਓ ਸੁਆਦਾਂ ਨਾਲ, ਆਖਦਾ ਅਤੇ ਸੁੱਟ ਵੱਟ ਕੇ ਦੌੜਦਾ ਹੈ। ਜਿੰਨੀ ਦੇਰ ਤੱਕ ਉਹ ਕਿੱਲੇ ਦੀ ਰੱਸੀ ਨੂੰ ਨਹੀਂ ਫੜਦਾ ਖਿਡਾਰੀਆਂ ਵੱਲੋਂ ਉਸ ਦੇ ਸਿਰ 'ਤੇ ਜੁੱਤੀਆਂ ਪੈਂਦੀਆਂ ਹੀ ਰਹਿੰਦੀਆਂ ਹਨ। ਲੋਕ ਖੇਡਾਂ ਦਾ ਅਲੋਪ ਹੋਣਾ। ਹਾਂਜੀ ਬੇਟਾ, ਅੱਜ ਕੱਲ੍ਹ ਤਾਂ ਲੋਕ ਖੇਡਾਂ ਬਹੁਤ ਹੀ ਘੱਟ ਦੇਖਣ ਨੂੰ ਮਿਲਦੀਆਂ ਹਨ। ਅਨੇਕਾਂ ਲੋਕ ਖੇਡਾਂ ਤਾਂ ਸਾਡੇ ਜੀਵਨ ਵਿੱਚੋਂ ਅਲੋਪ ਹੀ ਹੋ ਗਈਆਂ ਹਨ, ਭਾਵ ਲੁਪਤ ਹੀ ਹੋ ਗਈਆਂ ਹਨ। ਹੁਣ ਨਾ ਤਾਂ ਪਿੰਡਾਂ ਵਿੱਚ ਖੇਡਾਂ ਦੇ ਪਿੜ ਜੁੜਨ ਵਾਲੀਆਂ ਜੂਹਾਂ ਰਹੀਆਂ ਹਨ ਅਤੇ ਨਾ ਹੀ ਉਹ ਕਿਸੇ ਖੇਡ ਖੇਡਣ ਦੀ ਵਿਹਲ ਹੈ। ਇਹਨਾਂ ਦੀ ਸੰਭਾਲ ਅਤੇ ਇਸ ਨੂੰ ਮੁੜ ਸੁਰਜੀਤ ਕਰਨਾ ਅਤਿਅੰਤ ਜ਼ਰੂਰੀ ਹੈ। ਥੈਂਕ ਯੂ ਸਟੂਡੈਂਟ। ਜੇ ਤੁਹਾਨੂੰ ਇਹ ਵੀਡੀਓ ਅੱਛੀ ਲੱਗੀ ਤਾਂ ਇਹਨੂੰ ਜ਼ਰੂਰ ਲਾਈਕ ਕਰਨਾ।